ਹੈਲੋ। ਹਾਂਜੀ ਬੇਟੇ, ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਕੋਆਰਡੀਨੇਟ ਜਿਓਮੈਟਰੀ। ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਕੀ ਆਉਂਦਾ ਆ, ਆਪਾਂ ਇਹਦੇ ਵਿੱਚ ਡਿਸਟੈਂਸ ਫਾਰਮੂਲਾ ਪਹਿਲਾਂ ਡਰਾਈਵ ਕਰਾਂਗੇ। ਡਿਸਟੈਂਸ ਫਾਰਮੂਲਾ ਦਾ ਮਤਲਬ ਹੈ ਕਿ ਜਿਵੇਂ ਸਪੋਜ਼ ਕਰ ਲਓ ਕਿ ਐਕਸ ਐਕਸਿਸ ਹੈ, ਇਹ ਵਾਈ ਐਕਸਿਸ ਹੈ, ਇਹਦੇ 'ਤੇ ਆਪਾਂ ਪੁਆਇੰਟਸ ਲੈ ਲਏ 1 2 3, ਇਹਦੇ 'ਤੇ ਪੁਆਇੰਟਸ ਮਾਰਕ ਕਰ ਲਏ 1 2। ਇਹਨੂੰ ਔਰੀਜਨ ਕਿਤੇ ਜਿੱਥੋਂ ਦੋਨੋਂ ਐਕਸਿਸ ਕੱਟ ਕਰਦੀਆਂ, ਦੈਟ ਪੁਆਇੰਟ ਇਜ਼ ਨੋਨ ਐਜ਼ ਔਰੀਜਨ। ਹੁਣ ਪੁਆਇੰਟ ਲਾਈਜ਼ ਔਨ ਐਕਸ ਐਕਸਿਸ 'ਤੇ ਜਿਹੜਾ ਲਾਈ ਕਰਦਾ ਆ ਉਹਨੂੰ ਅਬਸਿਸਾ ਕਹਿੰਦੇ ਆ, ਜਿੱਦਾਂ 1 ਆ 2 ਆ 3 ਆ। ਆਪਾਂ ਮੰਨ ਲਓ 3 ਲੈ ਲਿਆ। ਪੁਆਇੰਟ ਲਾਈਜ਼ ਔਨ ਵਾਈ ਐਕਸਿਸ ਉਹਨੂੰ ਆਰਡੀਨੇਟ ਕਹਿੰਦੇ ਆ। 1 2 ਇਹ ਸਾਰੇ ਆਰਡੀਨੇਟਸ ਕਹਿੰਦੇ ਇਹਨਾਂ ਨੂੰ। ਕੰਬੀਨੇਸ਼ਨ ਜਿਹੜਾ ਇਹਨਾਂ ਨੂੰ ਮੰਨ ਲਓ ਵੀ ਕੰਬਾਈਨ ਕਰ ਦਿੱਤਾ, ਉਹ ਜਿਹੜੇ ਪੁਆਇੰਟ ਆਉਣਗੇ ਉਹਨਾਂ ਨੂੰ ਕਹਿੰਦੇ ਕੋਆਰਡੀਨੇਟਸ। ਕੀ ਮਤਲਬ ਇਹਦਾ ਕਿ ਮੰਨ ਲਓ ਇੱਕ 3 ਪੁਆਇੰਟ ਲੈ ਲਿਆ ਐਕਸ ਐਕਸਿਸ 'ਤੇ, ਇਹਨੂੰ ਕਹਿੰਦੇ ਅਬਸਿਸਾ। 2 ਲੈ ਲਿਆ ਵਾਈ ਐਕਸਿਸ 'ਤੇ, ਇਹਨੂੰ ਕਹਿੰਦੇ ਆਰਡੀਨੇਟ। ਜਦੋਂ ਦੋਨੋਂ ਇਹਨੇ ਇੱਧਰ ਨੂੰ ਜਾਣਾ, ਇਹਨੇ ਇੱਧਰ ਨੂੰ ਜਾਣਾ, ਜਦੋਂ ਦੋਨੋਂ ਮਿਲ ਜਾਂਦੇ ਆ ਇਹਨਾਂ ਨੂੰ ਕਹਿੰਦੇ ਫਿਰ ਕੋਆਰਡੀਨੇਟਸ। ਸੋ ਇਹ ਚੈਪਟਰ ਦੇ ਵਿੱਚ ਕੀ ਹੈਗਾ, ਕੋਆਰਡੀਨੇਟ ਜਿਓਮੈਟਰੀ ਦਾ ਚੈਪਟਰ ਆ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਕਿ ਡਿਸਟੈਂਸ ਬਿਟਵੀਨ 2 ਪੁਆਇੰਟਸ ਕਿਵੇਂ ਫਾਈਂਡ ਆਊਟ ਕਰਦੇ ਆ। ਕੀ ਕਰਾਂਗੇ ਕਿ ਆਪਾਂ ਇੱਕ ਆ ਐਕਸ ਐਕਸਿਸ ਲੈ ਲਈ, ਆ ਵਾਈ ਐਕਸਿਸ ਲੈ ਲਈ, ਇਹ 2 ਪੁਆਇੰਟਸ ਲੈ ਲਏ ਪੀ x1 y1, ਇਹਦੇ ਕੋਆਰਡੀਨੇਟਸ ਆ ਕਿਊ ਲੈ ਲਿਆ x2 ਤੇ y2। ਹੁਣ ਇਹਦੇ ਵਿਚਕਾਰ ਆਪਾਂ ਡਿਸਟੈਂਸ ਫਾਈਂਡ ਆਊਟ ਕਰਨਾ। ਕਿਵੇਂ ਕਰਾਂਗੇ, ਇੱਥੋਂ ਪਹਿਲਾਂ ਆਪਾਂ ਇੱਕ ਪਰਪੈਂਡੀਕੂਲਰ ਡਰਾ ਕਰ ਦੇਣਾ। ਇੱਥੇ ਪੀ ਆਰ ਲੈ ਲਓ, ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ। ਇੱਥੇ ਕਿਊ ਐਸ ਲੈ ਲਓ, ਇੱਕ ਇੱਥੋਂ ਪਰਪੈਂਡੀਕੂਲਰ ਡਰਾ ਕਰ ਦਿੱਤਾ, ਇੱਥੇ ਟੀ ਲਿਖ ਦਿੱਤਾ। ਹੁਣ ਕੀ ਕਰਨਾ, ਆਪਾਂ ਇਹਦੀ ਡਿਸਕ੍ਰਿਪਸ਼ਨ ਲਿਖ ਦੇਣੀ ਆ। ਕਿਵੇਂ ਕਰਾਂਗੇ ਇਹਨੂੰ ਸਿੰਪਲੀਫਾਈ ਕਰਨਾ, ਲੈਟ ਪੀ x1 y1 and q x2 y2 be any 2 points फिर इतने लिख देना ड्रॉ पी आर परपेंडिकुलर टू ओ एक्स, क्यू एस ए पी आर ए क्यू एस परपेंडिकुलर टू ओ एक्स, ए परपेंडिकुलर का सिंबल है ओ एक्स, एंड पी टी परपेंडिकुलर टू दिस लाइन क्यू एस। ਹੁਣ ਆਪਾਂ ਡਿਸਟੈਂਸ ਆਹ ਵਾਲਾ ਫਾਈਂਡ ਆਊਟ ਕਰਨਾ ਇਹਦਾ। ਜੇ ਸਾਡੇ ਕੋਲ ਆ ਪੀ ਟੀ ਅਤੇ ਕਿਊ ਟੀ ਦੀ ਵੈਲਿਊ ਆ ਜਾਏ ਤਾਂ ਆਪਾਂ ਇਹਦੇ ਵਿੱਚ ਪਾਇਥਾਗੋਰਸ ਥਿਊਰਮ ਅਪਲਾਈ ਕਰਕੇ ਪੀ ਕਿਊ ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਆਪਾਂ ਪੀ ਟੀ ਦੀ ਵੈਲਿਊ ਕਿਸ ਤਰ੍ਹਾਂ ਫਾਈਂਡ ਆਊਟ ਕਰਨੀ ਹੈ। ਹੁਣ ਇੱਧਰ ਦੇਖੋ, ਆਹ ਜਿਹੜਾ ਹੈਗਾ ਸੀ ਐਕਸ ਐਕਸਿਸ ਦਾ ਡਿਸਟੈਂਸ, ਇੱਥੇ ਆਪਾਂ 3 ਲਿਖਿਆ, ਆਹ ਵਾਈ ਐਕਸਿਸ ਵਾਲਾ ਇੱਥੇ 2 ਲਿਖਿਆ। ਹੁਣ ਔਰੀਜਨ ਤੋਂ ਹੀ ਲੈਣਾ। ਔਰੀਜਨ ਤੋਂ ਆਹ ਡਿਸਟੈਂਸ ਹੈਗਾ ਜੇ ਜਿਹੜਾ ਐਕਸ ਐਕਸਿਸ ਦੇ ਨਾਲ ਰਿਲੇਟਡ ਉਹ x1, ਜਿਹੜਾ ਵਾਈ ਐਕਸਿਸ ਦੇ ਅਲੋਂਗ ਹੈਗਾ ਉਹ y1। ਮਤਲਬ ਆਹ ਡਿਸਟੈਂਸ ਹੈਗਾ ਜੀ ਸਾਡੇ ਕੋਲ, ਇੱਥੋਂ ਇੱਥੇ ਤੱਕ ਹੈਗਾ ਜੇ x1, ਤੇ ਔਰੀਜਨ ਤੋਂ ਲੈ ਕੇ ਇੱਥੇ ਤੱਕ ਹੈਗਾ ਜੇ x2। ਇਹ ਔਰੀਜਨ ਤੋਂ ਲੈ ਕੇ ਇੱਥੇ ਤੱਕ ਇਹ x2 ਹੈਗਾ ਡਿਸਟੈਂਸ, x2 ਆ ਗਿਆ। ਸਾਰੇ ਡਿਸਟੈਂਸ ਦੇ ਵਿੱਚੋਂ ਆਪਾਂ ਆਹ ਵਾਲਾ ਜੇ ਮਾਈਨਸ ਕਰ ਦਈਏ ਤੇ ਆਰ ਐਸ ਦੀ ਵੈਲਿਊ ਆ ਜਾਂਦੀ ਆ। ਆਰ ਐਸ ਸਾਡੇ ਕੋਲ ਆ ਜਾਏਗਾ x2 ਮਾਈਨਸ x1। ਇੱਥੇ ਲਿਖ ਦਾਂਗੇ ਆਪਾਂ x2 ਮਾਈਨਸ x1। ਹੁਣ ਆਹ ਜਿਹੜਾ ਡਿਸਟੈਂਸ ਹੈਗਾ ਉਹ y1 ਹੈ। ਜਿਹੜਾ ਆਹ ਟੋਟਲ ਡਿਸਟੈਂਸ ਹੈਗਾ ਸਾਡੇ ਕੋਲ, ਜੇ ਆਹ y1 ਹੈ ਤੇ ਇਹਦਾ ਅੰਦਰਲਾ ਵੀ ਆ ਵੀ y1 ਹੋ ਜਾਏਗਾ, ਤੇ ਆਹ ਸਾਡੇ ਕੋਲ ਸਾਰਾ ਡਿਸਟੈਂਸ ਟੋਟਲ ਹੈਗਾ y2। ਇਹ ਵਾਲਾ ਸਾਰੇ ਡਿਸਟੈਂਸ ਦੇ ਵਿੱਚੋਂ ਆਹ ਵਾਲਾ ਡਿਸਟੈਂਸ ਜੇ ਮਾਈਨਸ ਕਰ ਦਾਂਗੇ ਤੇ ਕਿਊ ਟੀ ਦੀ ਵੈਲਿਊ ਆ ਜਾਏਗੀ, ਉਹ ਸਾਡੇ ਕੋਲ ਆ ਜਾਏਗਾ। ਸਾਰੇ ਡਿਸਟੈਂਸ ਹੈਗਾ y2, ਇਹ ਹੈਗਾ y1, ਇਹ ਆ ਜਾਏਗਾ y2 ਮਾਈਨਸ y1। ਜਿਹੜਾ ਆ x2 ਮਾਈਨਸ x1 ਆ ਗਿਆ, ਜਿੰਨਾ ਆ ਉਨਾ ਹੀ ਪੀ ਟੀ ਦੀ ਵੈਲਿਊ ਹੈ, ਇਹਨੂੰ ਵੀ ਆਪਾਂ ਲਿਖ ਦਾਂਗੇ x2 ਮਾਈਨਸ x1। ਹੁਣ ਆਹ ਸਾਡੇ ਕੋਲ ਡਿਸਟੈਂਸ ਆ ਗਿਆ, ਆ ਵੀ ਡਿਸਟੈਂਸ ਆ ਗਿਆ। ਇਹਦੇ 'ਚ ਪਾਇਥਾਗੋਰਸ ਥਿਊਰਮ ਅਪਲਾਈ ਕਰ ਦਾਂਗੇ ਤੇ ਪੀ ਕਿਊ ਦੀ ਵੈਲਿਊ ਕੱਢ ਲਾਂਗੇ।
ਹੁਣ ਇੱਥੇ ਦੇਖੋ ਆਪਾਂ ਲਿਖਣਾ ਕਿਵੇਂ ਹੈਗਾ ਇਹ OR is equal to x1 ਜੋ ਜਿੱਦਾਂ ਇੱਥੇ ਕੀਤਾ ਸੀਗਾ OS is equal to x2 ਆਪਾਂ ਡਿਸਟੈਂਸ ਕੱਢਣਾ ਸੀ RS ਦਾ ਮਤਲਬ ਆ OS ਮਾਈਨਸ OR OS ਸਾਡੇ ਕੋਲ ਹੈਗਾ x2 ਮਾਈਨਸ OR ਦੀ ਵੈਲਿਊ ਹੈਗੀ ਆ x2 ਮਾਈਨਸ x1 ਆ ਗਿਆ। ਇਸੇ ਤਰ੍ਹਾਂ ਜਿੰਨਾ RS ਹੈਗਾ ਉਹੀ ਸਾਡੇ ਕੋਲ PT ਹੈਗਾ therefore RS is equal to PT is equal to x2 ਮਾਈਨਸ x1 ਆ ਗਿਆ। ਹੁਣ PR is equal to ਸਾਡੇ ਕੋਲ ਇਹ ਡਿਸਟੈਂਸ y ਐਕਸਿਸ ਦੇ ਲੌਂਗ ਹੈਗਾ ਇਹ y1 ਆ ਗਿਆ PR is equal to y1 ਆ ਗਿਆ PR ਦਾ ਮਤਲਬ TS ਇਹ TS ਬਣ ਗਿਆ। ਹੁਣ QS ਦੀ ਵੈਲਿਊ ਕਿੰਨੀ ਹੈਗੀ ਆ y2 QS is equal to y2 ਆ ਗਿਆ ਸਾਡੇ ਕੋਲ। QT ਦੀ ਵੈਲਿਊ ਕੱਢਣੀ ਆਪਾਂ QT ਦਾ ਮਤਲਬ ਆ QS ਮਾਈਨਸ TS QS ਮਾਈਨਸ TS QS ਦੀ ਵੈਲਿਊ ਸਾਡੇ ਕੋਲ y2 ਹੈ TS ਦੀ ਵੈਲਿਊ ਆ ਗਈ ਸਾਡੇ ਕੋਲ y2 ਮਾਈਨਸ y1 ਆ ਗਿਆ ਇਹਨਾਂ। ਹੁਣ ਟ੍ਰਾਇੰਗਲ QTP ਦੇ ਵਿੱਚ ਪਾਇਥਾਗੋਰਸ ਇਨ ਟ੍ਰਾਇੰਗਲ QTP PQ ਸਕੁਅਰ is equal to PT ਸਕੁਅਰ plus QT ਸਕੁਅਰ ਇੱਥੇ ਲਿਖ ਦੇਣਾ ਬਾਈ ਪਾਇਥਾਗੋਰਸ ਥਿਓਰਮ। ਹੁਣ is equal to PT ਦੀ ਵੈਲਿਊ ਫਿਲ ਕਰ ਦਿਓ ਆਪਾਂ ਕੱਢ ਲਈ ਇੱਥੇ PT ਦੀ ਵੈਲਿਊ is equal to x2 ਮਾਈਨਸ x1 ਪਾਵਰ ਇੱਥੇ ਆ ਵਾਲੀ ਉੱਪਰ 2 ਪਲੱਸ QT ਦੀ ਵੈਲਿਊ y2 ਮਾਈਨਸ y1 ਇਹਦੀ ਪਾਵਰ ਵੀ 2 ਇਹ ਸਾਡੇ ਕੋਲ ਆ ਗਿਆ PQ ਸਕੁਅਰ ਆ ਗਿਆ। ਹੁਣ ਜੇ ਆਪਾਂ PQ ਦੀ ਵੈਲਿਊ ਇਹਦੇ ਵਿੱਚੋਂ ਕੱਢਣੀ ਹੋਵੇ ਉਹ ਆ ਜਾਏਗਾ ਸਾਡੇ ਕੋਲ x2 ਮਾਈਨਸ x1 ਦੀ ਪਾਵਰ 2 ਪਲੱਸ y2 ਮਾਈਨਸ y1 ਦੀ ਪਾਵਰ 2 ਦਾ ਸਕੁਅਰ ਰੂਟ ਆ ਜਾਏਗਾ। ਇੱਥੇ ਬੇਟੇ ਪਲੱਸ ਮਾਈਨਸ ਦਾ ਸਾਈਨ ਨਹੀਂ ਪਾਣਾ ਕਿਉਂਕਿ ਡਿਸਟੈਂਸ ਇਜ਼ ਆਲਵੇਜ਼ ਪੋਜ਼ਿਟਿਵ। ਇਹ ਸਾਡੇ ਕੋਲ ਡਿਸਟੈਂਸ ਫਾਰਮੂਲਾ ਡਰਾਈਵ ਹੋ ਗਿਆ ਆ। ਸਪੋਜ਼ ਕਰ ਲਓ ਕਿ ਇੱਥੇ ਆਪਾਂ ਇੱਕ ਐਗਜ਼ਾਮਪਲ ਵੀ ਲੈ ਲੈਂਦੇ ਹਾਂ ਅੱਗੇ ਵੀ ਕਰਾਵਾਂਗੇ ਇੱਕ ਐਗਜ਼ਾਮਪਲ ਹੋਰ। ਇੱਥੇ ਮੰਨ ਲਓ ਕਿ 2 ਪੁਆਇੰਟਸ ਲੈ ਲਏ ਸਾਡੇ ਕੋਲ ਇਹ ਲੈ ਲਿਆ A ਆ ਲੈ ਲਿਆ B ਇੱਥੇ ਇਹ ਆ ਗਿਆ 2, 3 ਤੇ ਇੱਥੇ ਪੁਆਇੰਟ ਲੈ ਲਿਆ ਆਪਾਂ is equal to 5, 7 ਇਹ ਵਾਲੇ 2 ਪੁਆਇੰਟਸ ਲੈ ਲਏ। ਫਾਈਂਡ ਦਾ ਡਿਸਟੈਂਸ AB ਫਾਈਂਡ AB। ਹੁਣ ਇੱਥੇ ਆਪਾਂ ਡਿਸਟੈਂਸ ਫਾਰਮੂਲਾ ਅਪਲਾਈ ਕਰ ਦੇਣਾ। ਡਿਸਟੈਂਸ ਫਾਰਮੂਲੇ ਦੇ ਵਿੱਚ ਕਿਸ ਤਰ੍ਹਾਂ ਅਪਲਾਈ ਕਰਨਾ ਹੈਗਾ ਦੇਖੋ AB is equal to ਇੱਥੇ ਇਹ ਤੇ x1 y1 ਲੈ ਲਿਆ ਤੇ ਇਹਨੂੰ x2 y2 ਲੈ ਲਓ ਜਿਹੜਾ ਮਰਜ਼ੀ x1 y1 ਤੇ ਜਿਹੜਾ ਮਰਜ਼ੀ x2 y2 ਲੈ ਸਕਦੇ ਹਾਂ। ਹੁਣ ਇਹ ਫਾਰਮੂਲਾ ਹੈਗਾ x2 ਮਾਈਨਸ x1 ਦਾ ਹੋਲ ਸਕੁਅਰ ਫਾਰਮੂਲਾ ਅਪਲਾਈ ਕਰ ਦੇਣਾ ਪਲੱਸ y2 ਮਾਈਨਸ y1 ਦਾ ਸਕੁਅਰ ਰੂਟ ਆ ਗਿਆ is equal to ਆ ਜਾਏਗਾ ਇਹ x2 ਦੀ ਜਗ੍ਹਾ ਤੇ 5 ਮਾਈਨਸ x1 ਦੀ ਜਗ੍ਹਾ ਤੇ 2 5 ਮਾਈਨਸ 2 ਦਾ ਸਕੁਅਰ ਪਲੱਸ 7 y2 7 ਮਾਈਨਸ 3 ਦਾ ਸਕੁਅਰ ਆ ਗਿਆ ਦਾ ਸਕੁਅਰ ਰੂਟ ਆ ਗਿਆ ਇੱਥੇ। ਹੁਣ ਇੱਥੇ ਆ ਗਿਆ 5 ਮਾਈਨਸ 2 is equal to 3 ਦਾ ਸਕੁਅਰ ਪਲੱਸ 4 ਦਾ ਸਕੁਅਰ ਆ ਗਿਆ। ਇਹ ਆ ਗਿਆ ਸਾਡੇ ਕੋਲ 3 ਦਾ ਸਕੁਅਰ ਹੋ ਗਿਆ 9 प्लस 4 का स्क्वायर हो गया 16 16 प्लस 9 इज इक्वल टू 25
ਦਾ ਸਕੇਅਰ ਰੂਟ ਇਜ਼ ਇਕੁਅਲ ਟੂ 5 ਯੂਨਿਟਸ। ਇਹ ਆਨਸਰ ਆ ਗਿਆ ਸਾਡੇ ਕੋਲ ਬਾਈ ਡਿਸਟੈਂਸ ਫਾਰਮੂਲਾ। ਹੁਣ ਇਸ ਤੋਂ ਅੱਗੇ ਬੇਟੇ ਆ ਜਾਂਦਾ ਸਾਡੇ ਕੋਲ ਕਿ ਕੋਲੀਨੀਅਰ ਪੁਆਇੰਟਸ। ਕੋਲੀਨੀਅਰ ਪੁਆਇੰਟਸ ਦਾ ਕੀ ਮਤਲਬ ਹੈ? ਮੰਨ ਲਓ ਕਿ ਸਪੋਜ਼ ਵੀ ਆਰ ਗਿਵਨ ਦ ਪੁਆਇੰਟਸ ਵਿਦ ਦ ਵਰਟਿਸਿਸ ਆਫ ਟ੍ਰਾਇੰਗਲ ABC। 3 ਪੁਆਇੰਟ ਦਿੱਤੇ ਆ, ਮੰਨ ਲਓ ਵੀ 3 ਪੁਆਇੰਟ ਜਿਹੜੇ ਦਿੱਤੇ ਆ ਉਹ ਹੈਗਾ, ਇੱਕ ਹੈਗਾ A, ਉਹਦੇ ਕੋਆਰਡੀਨੇਟਸ ਹੈਗੇ x1 y1, B ਉਹਦੇ ਕੋਆਰਡੀਨੇਟਸ ਹੈਗੇ x2 y2, C ਉਹਦੇ ਕੋਆਰਡੀਨੇਟਸ ਹੈਗੇ x3 ਤੇ y3। ਹੁਣ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਕਿ AB ਦਾ ਡਿਸਟੈਂਸ ਫਾਈਂਡ ਆਊਟ ਕਰ ਲਓ, BC ਫਾਈਂਡ ਆਊਟ ਕਰ ਲਓ, CA ਵੀ ਫਾਈਂਡ ਆਊਟ ਕਰ ਲੈਣਾ। ਤਿੰਨੋਂ ਡਿਸਟੈਂਸ ਫਾਈਂਡ ਆਊਟ ਕਰਕੇ ਕੋਈ ਵੀ ਦੋ ਦਾ ਸਮ AB ਜਮਾ BC ਬਰਾਬਰ CA ਆ ਜਾਏ, ਜਾਂ BC ਜਮਾ CA ਬਰਾਬਰ AB ਦੀ ਆ ਜਾਏ, ਜਾਂ AB ਜਮਾ CA ਬਰਾਬਰ BC ਦਾ ਆ ਜਾਏ। ਕੋਈ ਵੀ ਦੋ ਭੁਜਾਵਾਂ ਦਾ sum of two sides is equal to the third side, then the points are collinear, otherwise not. If the sum of two sides is equal to the third side, then the points are collinear, otherwise not. ਹੁਣ ਕਿਸ ਤਰ੍ਹਾਂ ਕੀ ਮਤਲਬ ਹੈ ਜੋ ਸਾਰਾ ਆਪਾਂ ਇਹ ਪੜ੍ਹਿਆ ਆ। ਡਿਟਰਮਿਨ ਵੈਦਰ ਦਾ ਪੁਆਇੰਟਸ ਆ, ਦੇਖੋ ਪੁਆਇੰਟਸ ਦਿੱਤੇ ਨੇ, ਫਾਈਂਡ ਕਰੋ ਕਿ ਕੋਲੀਨੀਅਰ ਹੈ ਜਾਂ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ AB ਦਾ ਡਿਸਟੈਂਸ ਫਾਈਂਡ ਆਊਟ ਕਰ ਲਾਂਗੇ। ਲਿਖਣ ਦਾ ਤਰੀਕਾ ਕੀ ਹੈ, ਇੱਥੇ ਲਿਖਾਂਗੇ ਗਿਵਨ ਪੁਆਇੰਟਸ ਆਰ A 3,1, B 6,4, C 8,6। AB is equal to A फॉर्मूला लगा देना x2 माइनस x1 ਦਾ ਹੋਲ ਸਕੁਅਰ ਪਲਸ y2 ਮਾਈਨਸ y1 ਦਾ ਹੋਲ ਸਕੁਅਰ ਤੇ ਇਹਦਾ ਅੰਡਰ ਰੂਟ। ਇਹਨੂੰ ਕਹਿੰਦੇ ਆ ਡਿਸਟੈਂਸ ਫਾਰਮੂਲਾ, ਜਿਹੜਾ ਆਪਾਂ ਕਰ ਚੁੱਕੇ ਹਾਂ। ਇਹ ਅਪਲਾਈ ਕਰ ਦੇਣਾ। ਹੁਣ AB ਇਹ x2 ਇਹਨੂੰ x1 y1 ਲੈ ਲਿਆ, x1 y1 ਲਿਖ ਦਿਓ, ਇਹਨੂੰ x2 y2 ਲਿਖ ਦਿੱਤਾ। ਹੁਣ x2 ਦੀ ਜਗ੍ਹਾ ਤੇ 6, x1 ਦੀ ਜਗ੍ਹਾ ਤੇ 3, 6 ਮਾਈਨਸ 3 ਦਾ ਸਕੁਅਰ, y2 ਦਾ ਮਤਲਬ 4 ਮਾਈਨਸ 1 ਦਾ ਸਕੁਅਰ, ਇਹਦਾ ਅੰਡਰ ਰੂਟ ਆ ਗਿਆ। ਇਹ ਆ ਜਾਏਗਾ 6 ਮਾਈਨਸ 3 3 ਦਾ ਸਕੁਅਰ प्लस 4 माइनस 1 3 का स्क्वायर। ये आ गया बटे 9 प्लस 9 18 का अंडर रूट आ गया। 18 के फैक्टर कर देने 3 3 का 9 तो 9 2 का 18, ये पेयर बना देते। ये आंसर आ गया साढ़े को 3 अंडर रूट 2। ये साढ़े को वैल्यू आ गई AP की। इस तरह ही आप BC की वैल्यू कढ़ लैनी। BC एक नू x1 y1 इनू x2 y2 ले लो। मान लो ये x1 y1 इनू आप x2 y2 ले लिया। x2 माइनस x1 8 माइनस 6 एदा स्क्वायर प्लस 6 माइनस 4 एदा स्क्वायर तो यदा अंडर रूट आ गया। ये आ जाएगा 8 माइनस 6 2 का स्क्वायर प्लस 6 माइनस 4 2 का स्क्वायर द अंडर रूट आ गया। 2 का स्क्वायर 4, 2 का स्क्वायर 4 प्लस 4 अंडर रूट 8 आ गया। 8 दे फैक्टर कर दो, 2 2 का 4 4 2 का 8 इज इक्वल टू 2 अंडर रूट 2 आ गया है। हुण CA की वैल्यू फाइंड आउट कर लो। एक नू x1 y1 इनू x2 y2 ले लिया। x2 माइनस x1 8 माइनस 3 का स्क्वायर आ गया प्लस 6 माइनस 1 का स्क्वायर हो गया। इत्थे ਇਹਦਾ अंडर रूट आ गया इज इक्वल टू 8 माइनस 3 5 का स्क्वायर आ गया प्लस 6 माइनस 1 5 का स्क्वायर आ गया अंडर रूट। ये आ गया 25 प्लस 25 50 का स्क्वायर रूट आ गया। 50 के गुणनखंड कर दो, 5 5 का 25 25 2 का 50 पेयर बना देते। ये आ गया 5 अंडर रूट 2। हुण इन्हां दोनों का सम ये इक्वल है, मतलब AB प्लस BC इज इक्वल टू AB की वैल्यू भर दो 3 अंडर रूट 2 प्लस BC की वैल्यू भर दो 2 अंडर रूट 2। इन्हों प्लस करके आ गया 5 अंडर रूट 2
5/2 ਦਾ ਕੀ ਮਤਲਬ ਹੈ ਇਜ਼ ਇਕੁਅਲ ਟੂ CA। ਇਹਦਾ ਮਤਲਬ ਸਮ ਆਫ ਟੂ ਸਾਈਡਸ ਇਜ਼ ਇਕੁਅਲ ਟੂ ਦਾ ਥਰਡ ਸਾਈਡ। ਇੱਥੇ ਲਿਖ ਦੇਣਾ ਸਿੰਸ ਸਮ ਆਫ ਟੂ ਸਾਈਡਸ is equal to the third side, therefore points are collinear। अगर बेटे इन्हां दा कोई भी दो का सम तीसरे दे इक्वल ना आवे तो लिख देंगे कि पॉइंट्स आर नॉट कोलीनियर। सो दिस इज़ हाउ टू फाइंड कि गिवन पॉइंट्स जिहड़े तीन दिते हुंदे वो कोलीनियर है या नहीं है, किवें फाइंड आउट करते बाय द डिस्टेंस फार्मूला। हुण इस तो अगला टॉपिक बेटे आ गया साडे कोल कि हाउ टू चैक द गिवन पॉइंट्स आर द वर्टिसेस ऑफ ए स्केलर ट्रायंगल, आइसोसेलेस ट्रायंगल या इक्विलेटरल ट्रायंगल। मतलब कहंदा कि मान लो 3 पॉइंट्स आ वाले गिवन है आर द वर्टिसेस ऑफ ए ट्रायंगल ABC, चैक इट्स the points, check whether these points are of a scalar triangle, isosceles triangle or equilateral triangle। जे बेटे कोई भी दो साइड इतने ये भी डिस्टेंस फार्मूला अप्लाई कर देना, AB फाइंड आउट करांगे, BC करांगे, CA करांगे। जे तिन्ना चो कोई भी इक्वल ना आवे तो मतलब हो गया स्केलर ट्रायंगल। जे कोई दो साइड्स इक्वल आ जान, इफ एनी टू साइड्स आर इक्वल देन द वर्टिसेस आर ऑफ आइसोसेलेस ट्रायंगल। तो जे तीनों ही साइड्स इक्वल आ जान तो फिर कहते हैं आर द वर्टिसेस ऑफ इक्विलेटरल ट्रायंगल। ठीक है, इतने लिख देना चेक वेदर आर द वर्टिसेस ऑफ इक्विलेटरल ट्रायंगल और नॉट। हम देखो सोल्यूशन इसका की है, आ साडे कोल गिवन पॉइंट्स है, इतने लिख देना पहला गिवन पॉइंट्स आर A -3, 0, B 1, -3, C 4, 1। पहला तो इत्थे AB फाइंड आउट कर लेना। AB दे विच एक बारी डिस्टेंस फार्मूला लिख देंगे, पता हो जाए, याद हो जाएगा नाले लिखण दे नाल। y2 - y1 का स्केयर तो यदा स्केयर रूट आ जाएगा। हुण इनू आपां x1 y1 लै लिया तो इनू आपां x2 y2 लै लिया। हुण इत्थे वैल्यू फिल कर देनी है x2 1 माइनस x1 आ माइनस है, इत्थे भी ए फार्मूले का माइनस है, आ -3 तो प्लस हो गया 1 + 3 का स्केयर आ गया, प्लस की आ जाएगा y2 - y1, y2 हो गया -3 माइनस y1 की वैल्यू 0 -3 - 0 का स्केयर आ गया इज इक्वल टू आ जाएगा 1 + 3 इज़ 4 का स्केयर आ गया, 4 का स्केयर आ गया, प्लस इत्थे -3 का स्केयर आ गया, द स्केयर रूट आ गया। 4 का स्केयर हो गया 16, -3 नैगेटिव का स्केयर पॉजिटिव होंदा 9 आ गया, ये आ जाएगा 25 का स्केयर रूट इज इक्वल टू 5 आ गया। ये AB की वैल्यू आ गई। हुण आपां इस तरह ही इत्थे BC की वैल्यू फाइंड आउट कर लेनी है। x1 y1 ले लिया, इनू x2 y2 ले लिया, ये आ जाएगा x2 - x1 4 - 1 का स्केयर आ गया, प्लस y2 - y1 माइनस है, अभी माइनस है, +3 का स्केयर आ गया, ये आ गया साढ़े कोल इज इक्वल टू 3 का स्केयर प्लस 4 का स्केयर, द स्केयर रूट आ गया इज इक्वल टू आ गया साढ़े कोल 9 + 16, ये 25 का स्केयर रूट आ गया इज इक्वल टू 5 आ गया। AB आ गया, BC आ गया, CA फाइंड आउट कर लेना। हुण आपां CA भी इस तरह ही आ x1 y1 x2 y2, x2 - x1 4 -3 है, +3 हो गया 4 + 3 का स्केयर, प्लस इत्थे आ जाएगा y2 - y1 1 - 0 का स्केयर आ गया, अंडर रूट च आ गया 4 + 3 कितना आ गया 7 का स्केयर आ गया, 1 - 0 1 ਇਹਦਾ स्केयर आ गया, 7 का स्केयर कितना हो गया 49 + 1 इज इक्वल टू 50 का स्केयर रूट आ गया।
ਹੁਣ ਇਹ ਬੇਟੇ ਦਿੱਤਾ ਆ ਇਜ਼ ਇਕੁਅਲ ਟੂ 5 ਦਾ 25 25 2 ਦਾ 50 ਇਹ ਆ ਗਿਆ ਪੇਅਰ ਬਣਾ ਦਿੱਤੇ 5√2 ਆਇਆ ਸਾਡੇ ਕੋਲ ਦੋ ਸਾਈਡਸ ਇਕੁਅਲ ਆ ਗਈਆਂ ਏ ਬੀ ਤੇ ਬੀ ਸੀ ਇਫ ਐਨੀ ਟੂ ਸਾਈਡਸ ਆਰ ਇਕੁਅਲ then are the vertices of isosceles triangle ਫਿਰ ਉਹ vertices ਹੋਣਗੇ isosceles triangle ਦੇ ਆਪਾਂ ਇਹਦੇ ਵਿੱਚ ਉਹ ਫਾਈਂਡ ਆਊਟ ਕਰਨਾ ਸੀ ਕਿ ਜਿਹੜੇ given vertices ਆ ਉਹ ਕਿਹੜੀ triangle ਦੇ ਆ scalene ਦੇ ਆ isosceles ਦੇ ਆ ਕਿ equilateral ਦੇ ਇੱਥੇ ਲਿਖ ਦਾਂਗੇ since two sides AB and BC are equal therefore given vertices are the vertices of isosceles triangle are the vertices of an isosceles triangle ਜੇ ਕੋਈ ਵੀ ਇਕੁਅਲ ਨਾ ਆਂਦਾ ਤੇ ਫਿਰ ਸਕੇਲਿਨ ਟ੍ਰਾਇੰਗਲ ਤੇ ਜੇ ਦੋ ਆ ਗਏ ਇਕੁਅਲ ਦੋ ਸਾਈਡਸ ਫਿਰ ਆਈਸੋਸਲੈਸ ਜੇ ਤਿੰਨੋਂ ਹੀ ਇਕੁਅਲ ਆ ਜਾਂਦੇ ਫਿਰ ਇਕੁਈਲੇਟਰਲ ਟ੍ਰਾਇੰਗਲ ਆ ਜਾਣੀ ਸੀ ਠੀਕ ਹੈ ਹੁਣ ਬੇਟੇ ਇੱਕ ਅਗਲਾ ਨੈਕਸਟ ਟੌਪਿਕ ਆ ਗਿਆ ਉਹਦਾ ਕਿ ਇਫ ਦਾ ਫੋਰ ਵਰਟਿਸਸ ਆਫ ਅ ਕੁਆਡਰੀਲੇਟਰਲ ਆਰ ਗਿਵਨ ਫੋਰ ਵਰਟਿਸਸ ਆ ਪੁਆਇੰਟਸ ਜਿਹੜੇ ਹੁੰਦੇ ਨਾ ਇਹਨਾਂ ਨੂੰ ਵਰਟਿਸਸ ਕਹਿੰਦੇ ਆ ਆਰ ਗਿਵਨ then how to check whether these are the vertices of a square rhombus parallelogram or rectangle ਜਿਹੜੇ ਵਰਟਿਸਸ ਗਿਵਨ ਹੋਣਗੇ ਉਹ ਕਿਵੇਂ ਪਤਾ ਲੱਗੇਗਾ ਕਿ ਉਹ ਸਕੇਅਰ ਦੇ ਆ ਰੋਮਬਸ ਦੇ ਆ ਪੈਰਲੋਗ੍ਰਾਮ ਦੇ ਆ ਕਿ ਰੈਕਟੈਂਗਲ ਦੇ ਆ ਉਹ ਕੀ ਕਰਾਂਗੇ ਆਪਾਂ ਜੇ ਸਕੇਅਰ ਦੇ ਲਈ ਕੀ ਚਾਹੀਦਾ ਹੁੰਦਾ ਕਿ ਅਗਰ ਏ ਬੀ ਇੱਥੇ ਏ ਬੀ ਫਾਈਂਡ ਆਊਟ ਕਰ ਲੈਣਾ ਬੀ ਸੀ ਵੀ ਫਾਈਂਡ ਆਊਟ ਕਰ ਲੈਣਾ ਸੀ ਏ ਵੀ ਫਾਈਂਡ ਆਊਟ ਕਰਨਾ ਏ ਬੀ ਬੀ ਸੀ ਸੀ ਡੀ ਤੇ ਡੀ ਏ ਚਾਰੋਂ ਸਾਈਡਸ ਸਕੇਅਰ ਦੀਆਂ ਆਲ ਸਾਈਡਸ ਇਕੁਅਲ ਹੁੰਦੀਆਂ ਏ ਬੀ ਫਾਈਂਡ ਆਊਟ ਕਰਾਂਗੇ ਬੀ ਸੀ ਫਾਈਂਡ ਆਊਟ ਕਰਾਂਗੇ ਸੀ ਡੀ ਕਰਾਂਗੇ ਡੀ ਏ ਕਰਾਂਗੇ ਫਿਰ ਇਹਨਾਂ ਦੇ ਡਾਇਗਨਲਸ ਏ ਸੀ ਤੇ ਬੀ ਡੀ ਵੀ ਫਾਈਂਡ ਕਰਾਂਗੇ ਏ ਸੀ ਐਂਡ ਬੀ ਡੀ ਅਗਰ ਇਹ ਚਾਰੋਂ ਸਾਈਡਸ ਔਰ ਡਾਇਗਨਲਸ ਇਕੁਅਲ ਆ ਗਏ if all these are equal therefore given vertices are the vertices of square ਫਿਰ ਜੇ ਰੋਮਬਸ ਲਈ ਆ ਜਾਏ ਇਹਦੇ ਵਿੱਚ ਵੀ ਇਹਦੀਆਂ ਵੀ ਸਾਰੀਆਂ ਸਾਈਡਸ ਇਕੁਅਲ ਹੁੰਦੀਆਂ ਇਹਦੇ ਵਿੱਚ ਵੀ ਇਫ ਏ ਬੀ ਬੀ ਸੀ ਸੀ ਡੀ ਡੀ ਏ ਇਕੁਅਲ ਆ ਜਾਣ ਤੇ ਜੇ ਡਾਇਗਨਲ ਏ ਸੀ ਐਂਡ ਬੀ ਡੀ ਆ ਹੈਗਾ ਏ ਸੀ ਆ ਬੀ ਡੀ ਏ ਸੀ ਇਜ਼ ਨਾਟ ਇਕੁਅਲ ਟੂ ਬੀ ਡੀ ਇਹ ਇਕੁਅਲ ਨਹੀਂ ਆਣੇ ਚਾਹੀਦੇ ਤੇ ਜੇ ਇਕੁਅਲ ਆ ਜਾਣ ਤੇ ਫਿਰ ਸਕੇਅਰ ਹੈ ਜੇ ਇਕੁਅਲ ਨਾ ਆਣ ਫਿਰ ਆਰ ਦਾ therefore given vertices are the vertices of rhombus ਫਿਰ ਉਹ rhombus ਦੇ vertices ਹੈ ਫਿਰ ਪੈਰਲੋਗ੍ਰਾਮ ਦੇ ਵਿੱਚ ਕੀ ਹੈ ਕਿ ਅਗਰ ਆਪੋਜ਼ਿਟ ਸਾਈਡਸ ਇਕੁਅਲ ਹੈ ਏ ਬੀ ਇਜ਼ ਇਕੁਅਲ ਟੂ ਸੀ ਡੀ ਆ ਜਾਏ ਏ ਡੀ ਇਜ਼ ਇਕੁਅਲ ਟੂ ਬੀ ਸੀ ਆ ਜਾਏ if they are equal and AC is not equal to BDI AC is not equal to BDI ਦਾ therefore given vertices are the vertices of parallelogram vertices of parallelogram ਅਗਰ ਇਹਦੇ ਰੈਕਟੈਂਗਲ ਦੇ ਵਿੱਚ ਅਗਰ ਇਹਦੇ ਵਿੱਚ ਸੇਮ ਹੈ ਇਫ ਏ ਬੀ ਇਜ਼ ਇਕੁਅਲ ਟੂ ਸੀ ਡੀ ਏ ਡੀ ਇਜ਼ ਇਕੁਅਲ ਟੂ ਬੀ ਸੀ ਏ ਬੀ ਇਜ਼ ਇਕੁਅਲ ਟੂ ਸੀ ਡੀ ਐਂਡ ਏ ਡੀ ਇਜ਼ ਇਕੁਅਲ ਟੂ ਬੀ ਸੀ ਆ ਜਾਏ ਤਾਂ ਐਂਡ ਏ ਸੀ ਤੇ ਬੀ ਡੀ ਵੀ ਇਕੁਅਲ ਆਣੇ ਚਾਹੀਦੇ ਏ ਸੀ ਇਜ਼ ਇਕੁਅਲ ਟੂ ਬੀ ਡੀ
ਜੇ AC ਤੇ BD ਇਕੁਅਲ ਨਾ ਆਉਣ ਤੇ ਫਿਰ ਪੈਰਲੋਗ੍ਰਾਮ, ਜੇ AC ਤੇ BD ਵੀ ਇਕੁਅਲ ਆ ਜਾਣ ਤੇ ਫਿਰ ਰੈਕਟੈਂਗਲ। ਸੋ देयरफॉर गिवन vertices are the vertices of rectangle। ਤੇ ਆਹ ਪੁਆਇੰਟਸ ਬੇਟੇ ਯਾਦ ਰੱਖਣੇ ਤੁਸੀਂ ਕਿਹੜੇ ਕਿ ਇਹ ਜਿਹੜੇ ਸਾਰੇ ਡਿਸਟੈਂਸਿਸ ਫਾਈਂਡ ਆਊਟ ਕਰਨੇ ਬਾਈ ਡਿਸਟੈਂਸ ਫਾਰਮੂਲਾ ਓਨਲੀ। AB ਫਾਈਂਡ ਆਊਟ ਕਰਨਾ ਜਦੋਂ 2 ਪੁਆਇੰਟ ਦਿੱਤੇ ਹੋਣ, ਫਿਰ BC ਵੀ ਇਸੇ ਤਰ੍ਹਾਂ, CD, ਇਹ ਸਾਰੇ ਪੁਆਇੰਟਸ ਗਿਵਨ ਹੋਣਗੇ। ਫਿਰ ਆਪਾਂ ਚੈੱਕ ਕਰਨਾ ਕਿ ਇਹ ਸਕੇਅਰ ਦੇ ਵਰਟਿਸ ਦਾ, ਰੋਮਬਸ ਦੇ, ਜਾਂ ਪੈਰਲੋਗ੍ਰਾਮ ਦੇ, ਜਾਂ ਕਿ ਰੈਕਟੈਂਗਲ ਦੇ। ਆਹ ਉਹਨਾਂ ਦੀਆਂ ਕੰਡੀਸ਼ਨਸ ਹੈਗੀਆਂ ਜਿੱਥੋਂ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਕਿਹੜੇ ਪੁਆਇੰਟ? ਇਫ ਏ ਪੁਆਇੰਟ ਲਾਈਜ਼ ਔਨ x ਐਕਸਿਸ ਦੈਨ ਇਟਸ y ਕੋਆਰਡੀਨੇਟ ਇਜ਼ ਇਕੁਅਲ ਟੂ 0। ਜੇ ਪੁਆਇੰਟ x ਐਕਸਿਸ ਤੇ ਲਾਈ ਕਰਦਾ ਉਹਦੀ y ਦੀ ਵੈਲਿਊ 0 ਹੁੰਦੀ ਆ, ਉਹਦੇ ਕੋਆਰਡੀਨੇਟਸ ਹੁੰਦੇ x, 0। ਫੋਰ ਐਗਜ਼ਾਮਪਲ ਦੇਖ ਲਓ ਕੀ ਮਤਲਬ ਇਹਦਾ ਕਿ ਜੇ ਆ y ਐਕਸਿਸ ਆ x ਐਕਸਿਸ ਆ, ਜੇ ਕੋਈ ਪੁਆਇੰਟ ਇੱਥੇ ਲਾਈ ਕਰਦਾ, ਇਹ ਪੁਆਇੰਟ ਦੇ ਉੱਤੇ y ਦੀ ਵੈਲਿਊ 0 ਹੁੰਦੀ ਆ, x ਦੀ ਕੋਈ ਨਾ ਕੋਈ ਵੈਲਿਊ ਆਏਗੀ 0 ਤੋਂ ਲੈ ਕੇ 2 ਸੈਂਟੀਮੀਟਰ, 3 ਸੈਂਟੀਮੀਟਰ ਜਾਂ 4 ਪੁਆਇੰਟ ਆ ਜਾਏਗਾ, ਤੇ ਪਰ y ਦੀ ਵੈਲਿਊ ਉੱਥੇ 0 ਹੀ ਹੋਏਗੀ। ਅਗਰ ਕੋਈ ਪੁਆਇੰਟ x ਐਕਸਿਸ ਤੇ ਲਾਈ ਕਰਦਾ, ਉਹਦੀ y ਦਾ ਕੋਆਰਡੀਨੇਟ ਜਿਹੜਾ ਪਹਿਲਾਂ x ਦਾ ਹੁੰਦਾ ਫਿਰ y ਦਾ ਹੁੰਦਾ, ਤੇ y ਦੀ ਵੈਲਿਊ 0 ਹੁੰਦੀ ਹੈ। ਸੈਕਿੰਡ ਪੁਆਇੰਟ ਦਾ ਕੀ ਮਤਲਬ ਹੈ? ਇਫ ਏ ਪੁਆਇੰਟ ਲਾਈਜ਼ ਔਨ y ਐਕਸਿਸ, ਅਗਰ ਕੋਈ ਪੁਆਇੰਟ y ਐਕਸਿਸ ਤੇ ਲਾਈ ਕਰਦਾ, ਇੱਥੇ ਲਾਈ ਕਰਦਾ, ਤੇ ਉਹਦੇ ਲਈ x ਕੋਆਰਡੀਨੇਟ ਉਹਦਾ 0 ਹੁੰਦਾ, x ਦੀ ਵੈਲਿਊ ਉਹਦੇ ਤੇ 0 ਹੁੰਦੀ ਹੈ, ਤੇ ਇੱਥੇ y ਦੀ ਵੈਲਿਊ ਆ ਜਾਂਦੀ 1 2 3 ਜੋ ਵੀ ਆਏਗੀ ਉਹ y ਦੀ ਜਗ੍ਹਾ ਤੇ ਲਿਖਣੀ। ਜਦੋਂ ਵੀ ਆਪਾਂ ਕੋਈ ਪੁਆਇੰਟਸ ਲਿਖਦੇ ਹਾਂ XY ਕਰਕੇ ਲਿਖਦੇ ਆ, ਪਹਿਲਾਂ x ਦੀ ਪੁਆਇੰਟ ਫਿਰ y ਦਾ। ਅਗਰ 2,3 ਲਿਖਿਆ, ਇਹਦਾ ਮਤਲਬ x ਦੀ ਵੈਲਿਊ 2 ਆ ਤੇ y ਦੀ ਵੈਲਿਊ 3 ਆ। ਪਹਿਲਾਂ x ਦੀ ਵੈਲਿਊ ਫਿਰ y ਦੀ ਵੈਲਿਊ ਲਿਖਦੇ। ਠੀਕ ਹੈ ਬੇਟਾ, ਓਕੇ।